ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ BTHE ਸਬਜੈਕਟ ਦੇ ਵਿੱਚ ਚੈਪਟਰ ਨੰਬਰ 3 ਲਾਜ਼ ਆਫ ਥਰਮੋਡਾਇਨਮਿਕਸ ਦੇ ਵਿੱਚੋਂ ਅੱਜ ਅਸੀਂ ਜੋ ਟੌਪਿਕ ਡਿਸਕਸ ਕਰਾਂਗੇ ਉਹ ਹੈਗੇ ਨੇ ਸਾਡੇ ਹੀਟ ਸੋਰਸ, ਹੀਟ ਸਿੰਕ, ਇਹ ਕੀ ਹੁੰਦੇ ਨੇ। ਨੈਕਸਟ ਫਿਰ ਅਸੀਂ ਗੱਲ ਕਰਾਂਗੇ ਹੀਟ ਪੰਪ ਦੇ ਬਾਰੇ, ਹੀਟ ਇੰਜਨ ਦੇ ਬਾਰੇ ਐਂਡ ਰੈਫਰੀਜਰੇਟਰ ਦੇ ਬਾਰੇ, ਵੀ ਜਿਹੜੇ ਇਹ ਡਿਫਰੈਂਟ ਇਕਵਿਪਮੈਂਟਸ ਨੇ ਇਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹਾਂ, ਇਹਨਾਂ ਦਾ ਕੀ ਫੰਕਸ਼ਨ ਹੈ, ਇਹਨਾਂ ਦੀ ਕੰਸਟਰਕਸ਼ਨ ਕਿਸ ਤਰ੍ਹਾਂ ਦੀ ਹੈ, ਬਲੌਕ ਡਾਇਗਰਾਮ ਦੀ ਹੈਲਪ ਦੇ ਨਾਲ। ਐਂਡ ਅਸੀਂ ਇਹਨਾਂ ਦੇ COP ਦੇ ਬਾਰੇ ਗੱਲ ਕਰਾਂਗੇ ਕਿ ਇਹਨਾਂ ਦਾ COP ਜਾਂ ਇਹਨਾਂ ਦੀ ਜੋ ਪਰਫਾਰਮੈਂਸ ਹੈ ਉਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਨੋਟ ਕਰਦੇ ਹਾਂ। ਸੋ ਆਓ ਡਿਸਕਸ ਕਰਦੇ ਹਾਂ ਜੀ 1 ਬਾਏ 1 ਇਹਨਾਂ ਟੌਪਿਕਸ ਨੂੰ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਅੱਜ ਕਿ ਇੱਕ ਥਰਮੋਡਾਇਨਮਿਕ ਸਿਸਟਮ ਦੇ ਅੰਦਰ ਅਸੀਂ ਹੀਟ ਸੋਰਸ ਐਂਡ ਹੀਟ ਸਿੰਕ, ਜਿਨ੍ਹਾਂ ਨੂੰ ਅਸੀਂ ਰੈਜ਼ਰਵਾਇਰ ਕਹਿੰਦੇ ਆ, ਦੋਨੋਂ ਦੇ ਦੋਨੋਂ ਸਾਡੇ ਰੈਜ਼ਰਵਾਇਰ ਹੀ ਅਖਵਾਉਂਦੇ ਨੇ, ਇਹ ਕੀ ਹੁੰਦੇ ਨੇ। ਸੋ ਅ ਥਰਮਲ ਔਰ ਹੀਟ ਰੈਜ਼ਰਵਾਇਰ is that part of the environment which can exchange heat energy with the system। ਕਿ ਇੱਕ ਥਰਮਲ ਜਾਂ ਹੀਟ ਰੈਜ਼ਰਵਾਇਰ ਉਹ ਇਨਵਾਇਰਮੈਂਟ ਦਾ ਪਾਰਟ ਹੈ ਜੋ ਕਿ ਇੱਕ ਸਿਸਟਮ ਦੇ ਨਾਲ ਹੀਟ ਨੂੰ ਐਕਸਚੇਂਜ ਕਰਦਾ। ਅਗਲੇ ਪੁਆਇੰਟ 'ਚ ਕਹਿੰਦਾ ਇਟ ਹੈਜ਼ ਲਾਰਜ ਹੀਟ ਕਪੈਸਿਟੀ ਐਂਡ ਇਟਸ ਟੈਂਪਰੇਚਰ ਇਜ਼ ਨਾਟ ਇਫੈਕਟਿਡ ਬਾਏ ਦ ਕੁਆਂਟਿਟੀ ਆਫ ਹੀਟ ਟਰਾਂਸਫਰਡ ਟੂ ਔਰ ਫਰੋਮ ਇਟ। ਇਸ ਪੁਆਇੰਟ ਦੇ ਵਿੱਚ ਉਹ ਗੱਲ ਕਰ ਰਿਹਾ, ਕਹਿੰਦਾ ਇਹਦੀ ਜੋ ਹੀਟ ਕੈਰਿੰਗ ਕਪੈਸਿਟੀ ਹੈ ਉਹ ਕਾਫੀ ਜ਼ਿਆਦਾ ਲਾਰਜ ਹੁੰਦੀ ਆ ਔਰ ਇਸ ਦੇ ਵਿੱਚ ਜੋ ਟੈਂਪਰੇਚਰ ਇਨਕਰੀਜ਼ ਹੁੰਦਾ, ਮੀਨ ਟੂ ਸੇ ਕਿਸੇ ਵੀ ਰੈਜ਼ਰਵਾਇਰ ਦੇ ਵਿੱਚ ਜਦੋਂ ਅਸੀਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਜਾਂ ਉਸ ਰੈਜ਼ਰਵਾਇਰ ਦੇ ਵਿੱਚੋਂ ਅਸੀਂ ਟੈਂਪਰੇਚਰ ਰਿਡਿਊਸ ਕਰਦੇ ਹਾਂ ਤਾਂ ਉਸ ਦਾ ਜੋ ਟੈਂਪਰੇਚਰ ਹੈ ਬਹੁਤ ਜ਼ਿਆਦਾ ਇਫੈਕਟ ਨਹੀਂ ਹੁੰਦਾ ਹੀਟ ਦੇ ਟਰਾਂਸਫਰ ਦੇ ਨਾਲ, ਚਾਹੇ ਉਹਨੂੰ ਸਿਸਟਮ ਨੂੰ ਹੀਟ ਅਸੀਂ ਦੇ ਰਹੇ ਹਾਂ, ਚਾਹੇ ਸਿਸਟਮ 'ਚੋਂ ਹੀਟ ਅਸੀਂ ਕੱਢ ਕੇ ਕਿਸੇ ਹੋਰ ਪਾਸੇ ਦੇ ਰਹੇ ਹਾਂ। ਅਗਲੇ ਪੁਆਇੰਟ 'ਚ ਗੱਲ ਕਰ ਰਿਹਾ ਡਿਊ ਟੂ ਦਿਸ ਦ ਟੈਂਪਰੇਚਰ ਆਫ ਦ ਹੀਟ ਰੈਜ਼ਰਵਾਇਰ ਰਿਮੇਨਸ ਕੌਨਸਟੈਂਟ। ਇਸ ਦੇ ਕਰਕੇ ਜੋ ਟੈਂਪਰੇਚਰ ਆਫ ਦ ਹੀਟ ਰੈਜ਼ਰਵਾਇਰ ਹੋਊਗਾ ਉਹ ਹਮੇਸ਼ਾ ਹੀ ਕੌਨਸਟੈਂਟ ਰਹਿੰਦਾ ਹੈ। ਸੋ ਇਹ ਜੋ ਹੀਟ ਰੈਜ਼ਰਵਾਇਰ ਹੈ ਇਹ ਸਾਡੇ ਕੋਲ ਫਰਦਰ ਦੋ ਕੈਟਾਗਰੀਜ਼ ਦੇ ਵਿੱਚ ਹੋ ਸਕਦਾ, ਜਿਸ ਨੂੰ ਅਸੀਂ ਹੀਟ ਸੋਰਸ ਜਾਂ ਹੀਟ ਸਿੰਕ ਕਹਿੰਦੇ ਹਾਂ। ਹੁਣ 1 ਬਾਏ 1 ਦੇਖਦੇ ਹਾਂ ਜੀ ਹੀਟ ਸੋਰਸ ਤੇ ਹੀਟ ਸਿੰਕ ਕੀ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਹੀਟ ਸੋਰਸ ਦੇ ਬਾਰੇ। ਹੀਟ ਸੋਰਸ ਜਾਂ ਹੌਟ ਰੈਜ਼ਰਵਾਇਰ, a reservoir which is at higher temperature and supplies heat is known as heat source। ਕਿ ਉਹ ਰੈਜ਼ਰਵਾਇਰ ਜਿਸ ਦੇ ਵਿੱਚ ਟੈਂਪਰੇਚਰ ਦੀ ਮਾਤਰਾ ਬਹੁਤ ਜ਼ਿਆਦਾ ਹਾਈ ਹੋਊਗੀ, ਜਿੱਥੇ ਹੀਟ ਦੀ ਕਪੈਸਿਟੀ ਬਹੁਤ ਜ਼ਿਆਦਾ ਹਾਈ ਹੋਊਗੀ ਐਂਡ ਉੱਥੋਂ ਅਸੀਂ ਹੀਟ ਨੂੰ ਕਿਸੇ ਦੂਸਰੀ ਜਗ੍ਹਾ 'ਤੇ ਸਪਲਾਈ ਕਰਨ ਦੇ ਲਈ ਸਮਰੱਥ ਹੋਵਾਂਗੇ। ਮੀਨ ਟੂ ਸੇ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿਸੇ ਵੀ ਪਰਟੀਕੂਲਰ ਪਲੇਸ 'ਤੇ ਅਗਰ ਕੋਈ ਚੀਜ਼ ਵੱਧ ਅਮਾਊਂਟ ਦੇ ਵਿੱਚ ਪ੍ਰੈਜ਼ੈਂਟ ਹੈ ਤਾਂ ਉਹ ਸਾਡਾ ਇੱਕ ਸੋਰਸ ਕਹਿਲਾਏਗਾ। ਸੋ ਇੱਥੇ ਹੀਟ ਸੋਰਸ ਦੀ ਗੱਲ ਕੀਤੀ ਹੈ ਤਾਂ ਉਹ ਸੋਰਸ ਜਿਸ ਜਗ੍ਹਾ 'ਤੇ ਹੀਟ ਦੀ ਮਾਤਰਾ ਜ਼ਿਆਦਾ ਹੈ, ਹੀਟ ਦੀ ਅਮਾਊਂਟ ਜ਼ਿਆਦਾ ਹੈ ਔਰ ਉਸ ਨੂੰ ਅਸੀਂ ਕਿਸੇ ਦੂਸਰੀ ਜਗ੍ਹਾ 'ਤੇ ਡਿਲੀਵਰ ਕਰਨ ਦੇ ਲਈ ਰਿਸਪੋਂਸੀਬਲ ਹੋ ਸਕਦੇ ਹਾਂ ਜਾਂ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਦੇ ਉੱਤੇ ਗੱਲ ਕਰ ਰਿਹਾ ਆ ਕੰਬਸ਼ਨ ਚੈਂਬਰ, ਫਰਨੈਸ, steam generator is a heat source for steam engine। ਕਿ ਜਿਵੇਂ ਕਿ ਇੱਕ ਕੰਬਸ਼ਨ ਚੈਂਬਰ ਹੈ, ਫਰਨਸਿਸ ਨੇ, ਸਟੀਮ ਜਨਰੇਟਰ ਹੈ, ਤਾਂ ਇਹਨਾਂ ਨੂੰ ਅਸੀਂ ਮੰਨ ਸਕਦੇ ਹਾਂ ਕਿ ਇਹ ਸਾਡੇ ਹੀਟ ਸੋਰਸ ਨੇ। ਜਿਵੇਂ ਕਿ ਲਾਸਟ ਵਾਲੇ ਦੇ ਵਿੱਚ ਗੱਲ ਕਰ ਰਿਹਾ, ਕਹਿੰਦਾ ਸਟੀਮ ਜਨਰੇਟਰ ਜੋ ਹੈ ਇਹ ਹੀਟ ਸੋਰਸ ਦਾ ਕੰਮ ਕਰਦਾ ਸਟੀਮ ਇੰਜਨ ਦੇ ਲਈ। ਇਸ ਤੋਂ ਇਲਾਵਾ ਅਸੀਂ ਜੇ ਰੈਫਰੀਜਰੇਟਰਸ ਦੇ ਕੇਸ ਦੇ ਵਿੱਚ ਗੱਲ ਕਰ ਰਹੀਏ ਕਿ ਰੈਫਰੀਜਰੇਟਰ ਦੇ ਕੇਸ ਦੇ ਵਿੱਚ ਥੋੜ੍ਹਾ ਜਿਹਾ ਉਲਟਾ ਹੁੰਦਾ। ਕਿਸ ਤਰੀਕੇ ਦੇ ਨਾਲ ਕਿ ਸਾਨੂੰ ਪਤਾ ਹੈ ਕਿ ਰੈਫਰੀਜਰੇਟਰ ਦੇ ਅੰਦਰ ਅਸੀਂ ਜੋ ਸਾਡਾ ਸਿਸਟਮ ਲੋਅਰ ਟੈਂਪਰੇਚਰ 'ਤੇ ਰੱਖਿਆ ਹੋਇਆ ਉਸਥੋਂ ਅਸੀਂ ਹੀਟ ਨੂੰ ਐਬਸਟਰੈਕਟ ਕਰਦੇ ਹਾਂ ਅਤੇ ਜਿੱਥੇ ਸਾਡੀ ਹੀਟ ਦੀ ਵੈਲਿਊ ਜ਼ਿਆਦਾ ਹੈ ਉੱਥੇ ਅਸੀਂ ਉਸ ਨੂੰ ਡਿਲੀਵਰ ਕਰਦੇ ਹਾਂ। ਤਾਂ ਇਸ ਸਿਸਟਮ ਦੇ ਵਿੱਚ ਜੋ ਸਾਡਾ ਹੀਟ ਸੋਰਸ ਹੋਊਗਾ ਉਹ ਸਾਡਾ ਇਵੈਪੋਰੇਟਰ ਹੋਊਗਾ ਜਿੱਥੇ ਘੱਟ ਟੈਂਪਰੇਚਰ ਹੈ। ਤਾਂ ਕਿਉਂਕਿ ਇਹ ਚੀਜ਼ ਸੋਲ ਪਰਪਸ ਸਾਡਾ ਕੀ ਹੈ ਕਿ ਉਸ ਜਗ੍ਹਾ 'ਤੇ ਅਸੀਂ ਕੂਲਿੰਗ ਇਫੈਕਟ ਪ੍ਰੋਡਿਊਸ ਕਰਨਾ। ਸੋ ਕੂਲਿੰਗ ਇਫੈਕਟ ਉਦੋਂ ਹੀ ਪ੍ਰੋਡਿਊਸ ਹੋਊਗਾ ਜਦੋਂ ਇਵੈਪੋਰੇਟਰ ਦੇ ਵਿੱਚੋਂ ਹੀਟ ਨੂੰ ਅਸੀਂ ਐਬਸਟਰੈਕਟ ਕਰਾਂਗੇ। ਸੋ ਇਸ ਜਗ੍ਹਾ 'ਤੇ ਇਵੈਪੋਰੇਟਰ ਜਿਹੜਾ ਹੈ, ਜਿਹੜਾ ਕਿ ਲੋ ਟੈਂਪਰੇਚਰ ਦੇ ਉੱਤੇ ਆ, ਇਹਨੂੰ ਅਸੀਂ ਹੀਟ ਦਾ ਸੋਰਸ ਕਹਾਂਗੇ ਕਿਉਂਕਿ ਉੱਥੋਂ ਅਸੀਂ ਹੀਟ ਨੂੰ ਕੱਢ ਰਹੇ ਹਾਂ ਔਰ ਇਸ ਨੂੰ ਅਸੀਂ ਹੀਟ ਨੂੰ ਕਿੱਥੇ ਛੱਡ ਰਹੇ ਹਾਂ, ਕੰਡੈਂਸਰ ਦੇ ਉੱਤੇ, ਔਰ ਇਸ ਨੂੰ ਅਸੀਂ ਸਿੰਕ ਦਾ ਰੂਪ ਦੇਵਾਂਗੇ। ਸੋ ਨੈਕਸਟ ਨਾਲ ਹੀ ਗੱਲ ਕਰਦੇ ਹਾਂ। ਹੁਣੀ ਸਿੰਕ ਦੀ ਗੱਲ ਕੀਤੀ ਤਾਂ ਨੈਕਸਟ ਆਪਣਾ ਟੌਪਿਕ ਆ ਰਿਹਾ ਹੀਟ ਸਿੰਕ ਦੇ ਬਾਰੇ, ਜਿਸ ਨੂੰ ਅਸੀਂ ਕੋਲਡ ਰੈਜ਼ਰਵਾਇਰ ਵੀ ਕਹਿੰਦੇ ਹਾਂ।
ਸੋ ਹੁਣ ਇੱਥੇ ਦੇਖਦੇ ਹਾਂ ਜੀ ਕੋਲਡ ਰੈਜ਼ਰਵਾਇਰ ਕੀ ਹੈ ਜਾਂ ਹੀਟ ਸਿੰਕ ਕੀ ਚੀਜ਼ ਹੈ। ਦ ਰੈਜ਼ਰਵਾਇਰ ਵਿਚ ਇਜ਼ ਐਟ ਦ ਲੋਅਰ ਟੈਂਪਰੇਚਰ ਐਂਡ ਟੂ ਵਿਚ ਦ ਹੀਟ ਇਜ਼ ਟਰਾਂਸਫਰਡ ਇਜ਼ ਕਾਲਡ ਹੀਟ ਸਿੰਕ। ਕਿ ਉਹ ਰੈਜ਼ਰਵਾਇਰ ਜਿਹਦੇ 'ਤੇ ਅਸੀਂ ਹੀਟ ਨੂੰ ਟਰਾਂਸਫਰ ਕਰਾਂਗੇ ਔਰ ਜਿਸ ਦਾ ਟੈਂਪਰੇਚਰ ਲੋ ਮੰਨਿਆ ਜਾਂਦਾ ਉਸ ਨੂੰ ਅਸੀਂ ਹੀਟ ਸਿੰਕ ਦਾ ਰੂਪ ਕਹਿੰਦੇ ਆ, ਉਸ ਨੂੰ ਅਸੀਂ ਕੋਲਡ ਰੈਜ਼ਰਵਾਇਰ ਕਹਿੰਦੇ ਆ। ਐਗਜ਼ਾਮਪਲ ਦੇ ਤੌਰ ਦੇ ਉੱਤੇ ਇਟ ਕੈਨ ਬੀ ਐਟਮੋਸਫੇਅਰ ਫॉर ਰਿਜੈਕਸ਼ਨ ਆਫ ਹੀਟ, ਕਿ ਉਹ ਐਟਮੋਸਫੇਅਰ ਵੀ ਹੋ ਸਕਦਾ ਜੋ ਸਿੰਕ ਹੈ, ਸਿੰਕ ਦਾ ਐਗਜ਼ਾਮਪਲ ਐਟਮੋਸਫੇਅਰ ਵੀ ਹੋ ਸਕਦਾ ਹੈ ਜਿਸ ਦੇ ਵਿੱਚ ਅਸੀਂ ਹੀਟ ਨੂੰ ਟਰਾਂਸਫਰ ਕਰਦੇ ਹਾਂ। ਜਿਵੇਂ ਕਿ ਅਸੀਂ ਕਿਸੇ ਸਿਸਟਮ ਦੇ ਵਿੱਚੋਂ ਹੀਟ ਨੂੰ ਐਕਸਟਰੈਕਟ ਕੀਤਾ, ਜਿਵੇਂ ਕਿ ਰੈਫਰੀਜਰੇਟਰ ਦੇ ਕੇਸ ਦੇ ਵਿੱਚ, ਔਰ ਉਸ ਨੂੰ ਅਸੀਂ ਐਟਮੋਸਫੇਅਰ ਦੇ ਵਿੱਚ ਰਿਲੀਜ਼ ਕਰਤਾ, ਤਾਂ ਇਸ ਜਗ੍ਹਾ 'ਤੇ ਐਟਮੋਸਫੇਅਰ ਸਾਡਾ ਸਿੰਕ ਦਾ ਕੰਮ ਕਰੇਗਾ। ਨੈਕਸਟ ਕਹਿ ਰਿਹਾ ਇਟ ਮੇ ਬੀ ਅ ਕੰਡੈਂਸਰ ਫॉर ਸਟੀਮ ਇੰਜਨ ਔਰ ਰੈਫਰੀਜਰੇਟਰ, ਕਿ ਇੱਕ ਰੈਫਰੀਜਰੇਟਰ ਦੇ ਵਾਸਤੇ ਜਿਵੇਂ ਕਿ ਹੁਣੀ ਗੱਲ ਕੀਤੀ ਕਿ ਪਹਿਲਾਂ ਅਸੀਂ ਕੰਡੈਂਸਰ ਦੇ ਉੱਤੇ ਹੀਟ ਨੂੰ ਰਿਮੂਵ ਕਰਦੇ ਹਾਂ, ਇਸੇ ਤਰ੍ਹਾਂ ਸਟੀਮ ਇੰਜਨ ਦੀ ਐਗਜ਼ਾਮਪਲ ਦੇ ਰਿਹਾ ਕਿ ਸਟੀਮ ਇੰਜਨਸ ਦੇ ਵਿੱਚ ਜਿਹੜੀ ਹੀਟ ਹੈ ਉਹ ਕੰਡੈਂਸਰ ਦੇ ਉੱਤੇ ਰਿਜੈਕਟ ਕੀਤੀ ਜਾਂਦੀ ਹੈ, ਤਾਂ ਇਹ ਦੋਨੋਂ ਦੇ ਦੋਨੋਂ ਆਪਣੇ ਕੋਲ ਕਹਿਲਾਣਗੇ ਹੀਟ ਸਿੰਕ। ਨੈਕਸਟ ਇੱਕ ਛੋਟੇ ਜਿਹੇ ਡਾਇਗਰਾਮਸ ਦੇ ਥਰੂ ਇਹਨਾਂ ਨੂੰ ਡਿਸਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਕਿ ਜੋ ਤੁਸੀਂ ਫਸਟ ਦੇਖ ਰਹੇ ਹੋ ਲੈਫਟ ਸਾਈਡ ਦੇ ਉੱਤੇ, ਇੱਥੇ ਇਹਨੂੰ ਸੋਰਸ ਕਿਹਾ ਗਿਆ ਜਿੱਥੋਂ ਅਸੀਂ ਹੀਟ ਨੂੰ ਐਕਸਟਰੈਕਟ ਕਰਦੇ ਹਾਂ, ਔਰ ਜਿੱਥੇ ਭੇਜਦੇ ਹਾਂ, ਜਿੱਥੇ ਅਸੀਂ ਹੀਟ ਦੀ ਇਨਪੁਟ ਦਿੰਦੇ ਹਾਂ, ਉਸ ਨੂੰ ਅਸੀਂ ਸਿੰਕ ਕਹਿੰਦੇ ਹਾਂ। ਇਸ ਜਗ੍ਹਾ 'ਤੇ ਆਊਟਪੁੱਟ ਹੋਏਗੀ ਸੋਰਸ ਤੋਂ, ਕਿਉਂਕਿ ਇੱਥੇ ਸਾਡੀ ਜੋ ਹੀਟ ਹੈ ਉਹ ਜ਼ਿਆਦਾ ਅਮਾਊਂਟ ਦੇ ਵਿੱਚ ਪ੍ਰੈਜ਼ੈਂਟ ਆ, ਉੱਥੋਂ ਅਸੀਂ ਹੀਟ ਨੂੰ ਕੱਢਿਆ, ਔਰ ਜਿੱਥੇ ਅਸੀਂ ਹੀਟ ਨੂੰ ਪਾਇਆ ਉਸ ਨੂੰ ਅਸੀਂ ਸਿੰਕ ਕਹਿ ਦਿੱਤਾ। ਨੈਕਸਟ ਸਾਡਾ ਟੌਪਿਕ ਹੈ ਹੀਟ ਪੰਪ ਦੇ ਬਾਰੇ। ਸੋ ਕੀ ਕਹਿੰਦਾ ਜੀ, ਇਹ ਇੱਕ ਡਿਵਾਈਸ ਹੈ ਜੋ ਕਿ ਸਾਈਕਲਿਕ ਪ੍ਰੋਸੈਸ 'ਤੇ ਕੰਮ ਕਰਦਾ। ਸਾਈਕਲਿਕ ਪ੍ਰੋਸੈਸ ਕਿਹੜੀ ਹੁੰਦੀ ਹੈ? ਜਿਹਦੇ ਵਿੱਚ ਸਾਈਕਲ ਬਾਏ ਸਾਈਕਲ ਸੇਮ ਕੰਮ ਸਾਨੂੰ ਮਿਲਦਾ ਰਹਿੰਦਾ ਟਾਈਮ ਟੂ ਟਾਈਮ, ਜਿਹੜਾ ਕਿ ਅਸੀਂ ਇਸਤੇਮਾਲ ਕਰਦੇ ਹਾਂ ਕਿਸੇ ਵੀ ਬਾਡੀ ਦਾ ਟੈਂਪਰੇਚਰ ਹਾਇਰ ਮੇਨਟੇਨ ਕਰਕੇ ਰੱਖਣ ਦੇ ਲਈ ਸਰਾਊਂਡਿੰਗ ਦੇ ਟੈਂਪਰੇਚਰ ਦੇ ਨਾਲੋਂ। ਮੀਨ ਟੂ ਸੇ ਕਿਸੇ ਬਾਡੀ ਦਾ ਟੈਂਪਰੇਚਰ ਅਸੀਂ ਹਾਇਰ ਕਰਨਾ ਹੈ ਸਰਾਊਂਡਿੰਗ ਟੈਂਪਰੇਚਰ ਦੇ ਨਾਲੋਂ, ਸੋ ਉਸ ਪਰਪਸ ਦੇ ਵਾਸਤੇ ਅਸੀਂ ਇਸ ਦਾ ਇਸਤੇਮਾਲ ਕਰਦੇ ਹਾਂ, ਔਰ ਨਾਲ ਹੀ ਅਸੀਂ ਇਸ ਦਾ ਇਸਤੇਮਾਲ ਰਿਵਰਸ ਡਾਇਰੈਕਸ਼ਨ ਦੇ ਵਿੱਚ ਵੀ ਕਰ ਸਕਦੇ ਹਾਂ ਕਿ ਉਸੇ ਹੌਟ ਬਾਡੀ ਦਾ ਜਿਹਦਾ ਅਸੀਂ ਟੈਂਪਰੇਚਰ ਹਾਇਰ ਕੀਤਾ ਹੈ ਉਸ ਦਾ ਅਗਰ ਅਸੀਂ ਟੈਂਪਰੇਚਰ ਘਟਾਉਣਾ ਵੀ ਹੈ ਤਾਂ ਉਸ ਦੇ ਵਾਸਤੇ ਵੀ ਹੀਟ ਪੰਪ ਦਾ ਇਸਤੇਮਾਲ ਕਰ ਸਕਦੇ ਹਾਂ। ਸੋ ਇੱਕ ਵਾਰੀ ਪੜ੍ਹ ਕੇ ਦੇਖੀਏ ਕੀ ਕਹਿੰਦਾ। ਇਟ ਇਜ਼ ਅ ਡਿਵਾਈਸ ਆਪਰੇਟਿੰਗ ਇਨ ਅ ਸਾਈਕਲਿਕ ਪ੍ਰੋਸੈਸ ਵਿਚ ਮੇਨਟੇਨਸ ਦ ਟੈਂਪਰੇਚਰ ਆਫ ਅ ਹੌਟ ਬਾਡੀ ਐਟ ਅ ਟੈਂਪਰੇਚਰ higher than the temperature of the surrounding and also capable of removing the heat from the same hot body, ਜਿਵੇਂ ਕਿ ਅਸੀਂ ਗੱਲ ਕੀਤੀ ਸੀ as it is ਉਵੇਂ ਹੀ। ਨੈਕਸਟ ਪੁਆਇੰਟ ਦੇ ਵਿੱਚ ਗੱਲ ਕਰ ਰਿਹਾ ਹੀਟ ਪੰਪ ਆਪਰੇਟਸ ਬਿਟਵੀਨ ਐਟਮੋਸਫੇਰਿਕ ਟੈਂਪਰੇਚਰ ਐਂਡ ਹੌਟ ਬਾਡੀ ਟੈਂਪਰੇਚਰ, ਕਿ ਇਹ ਜੋ ਹੀਟ ਪੰਪ ਹੈ ਸਾਡੇ ਕੋਲ ਐਟਮੋਸਫੇਰਿਕ ਟੈਂਪਰੇਚਰ ਤੇ ਹੌਟ ਬਾਡੀ ਦਾ ਟੈਂਪਰੇਚਰ, ਜਿੰਨਾ ਅਸੀਂ ਟੈਂਪਰੇਚਰ ਹਾਇਰ ਬਣਾ ਕੇ ਰੱਖਣਾ ਹੈ, ਮੇਨਟੇਨ ਕਰਕੇ ਰੱਖਣਾ ਹੈ, ਉਹਨਾਂ ਦੋ ਟੈਂਪਰੇਚਰ ਲਿਮਿਟਸ ਦੇ ਇਨ ਬਿਟਵੀਨ ਕੰਮ ਕਰਦਾ ਹੈ। ਨੈਕਸਟ ਉਹਦੇ ਯੂਜ਼ ਦੀ ਗੱਲ ਕਰਦਾ। ਹੀਟ ਪੰਪ is used to utilize the heat delivered at higher temperature for heating purpose, ਕਿ ਜੋ ਅਸੀਂ ਹੀਟ ਹਾਇਰ ਬਾਡੀ ਨੂੰ ਟੈਂਪਰੇਚਰ ਬਾਡੀ ਨੂੰ ਟਰਾਂਸਫਰ ਕੀਤੀ ਹੈ, ਜੋ ਬਾਡੀ ਅਸੀਂ ਹਾਇਰ ਟੈਂਪਰੇਚਰ 'ਤੇ ਮੇਨਟੇਨ ਕਰਕੇ ਰੱਖੀ ਹੈ, ਉਹਦਾ ਯੂਜ਼ ਕੀ ਹੈ, ਕਿੱਥੇ ਯੂਜ਼ ਕਰਦੇ ਹਾਂ ਉਹਨੂੰ? ਹੀਟਿੰਗ ਪਰਪਸ ਵਾਸਤੇ। ਐਗਜ਼ਾਮਪਲ ਦੇ ਤੌਰ ਦੇ ਉੱਤੇ ਜਿਵੇਂ ਸਰਦੀਆਂ ਦੇ ਵਿੱਚ ਅਸੀਂ ਹੀਟਰ ਦਾ ਇਸਤੇਮਾਲ ਕਰਦੇ ਹਾਂ ਜਾਂ ਗੀਜ਼ਰ ਦਾ ਅਸੀਂ ਇਸਤੇਮਾਲ ਕਰਦੇ ਹਾਂ, ਤਾਂ ਉਹ ਸਾਡੀਆਂ ਹੌਟ ਬਾਡੀਜ਼ ਨੇ। ਸੋ ਇਟ ਪੰਪਸ ਹੀਟ ਫਰੋਮ ਸਰਾਊਂਡਿੰਗ ਟੂ ਦਾ ਸਿਸਟਮ। ਇਹ ਪੰਪ ਕੀ ਕਰਦਾ? ਸਰਾਊਂਡਿੰਗ 'ਚੋਂ ਹੀਟ ਇਕੱਠੀ ਕਰਕੇ ਸਿਸਟਮ ਨੂੰ ਡਿਲੀਵਰ ਕਰਦਾ ਹੈ। ਨੈਕਸਟ ਪੁਆਇੰਟ ਦੇ ਵਿੱਚ ਉਹ ਗੱਲ ਕਰ ਰਿਹਾ ਇਹਦੀ ਪਰਫਾਰਮੈਂਸ ਦੇ ਬਾਰੇ। ਕਹਿੰਦਾ ਪਰਫਾਰਮੈਂਸ ਆਫ ਦਾ ਹੀਟ ਪੰਪ ਇਜ਼ ਮੇਜ਼ਰਡ ਬਾਏ ਦਾ ਟਰਮ ਨੋਨ ਐਜ਼ ਕੋਐਫੀਸ਼ੀਐਂਟ ਆਫ ਪਰਫਾਰਮੈਂਸ, ਜਿਹਨੂੰ ਅਸੀਂ COP ਕਹਿੰਦੇ ਹਾਂ, ਵਿਚ ਇਜ਼ ਡਿਫਾਈਨਡ ਐਜ਼ ਦਾ ਰੇਸ਼ੋ ਆਫ ਮੈਕਸਿਮਮ ਹੀਟ ਟਰਾਂਸਫਰਡ ਟੂ ਦਾ ਅਮਾਊਂਟ ਆਫ ਵਰਕ ਡਨ, ਕਿ ਇਹ ਇੱਕ ਰੇਸ਼ੋ ਹੈ ਜਿਹਦੇ ਵਿੱਚ ਅਸੀਂ ਜੋ ਸਾਡਾ ਆਊਟਪੁੱਟ ਮਿਲੇਗਾ, ਇਸ ਕੇਸ ਦੇ ਵਿੱਚ ਹੁਣ ਸਾਡਾ ਆਊਟਪੁੱਟ ਕੀ ਹੈ ਕਿ ਕਿੰਨੀ ਹੀਟ ਅਸੀਂ ਹੌਟ ਬਾਡੀ ਨੂੰ ਟਰਾਂਸਫਰ ਕੀਤੀ, ਔਰ ਉਸ ਨੂੰ ਅਸੀਂ ਡਿਵਾਈਡ ਕਰਾਂਗੇ ਇਨਪੁਟ ਦੇ ਨਾਲ, ਔਰ ਇਨਪੁਟ ਅਸੀਂ ਕੀ ਦਿੱਤਾ? ਅਮਾਊਂਟ ਆਫ ਵਰਕ ਡਨ ਬਾਏ ਦਾ ਕੰਪਰੈਸਰ, ਕਿ ਜੋ ਵੀ ਸਾਡਾ ਕੰਪਰੈਸਰ ਹੋਏਗਾ, ਹੀਟ ਪੰਪ ਹੋਏਗਾ, ਉਹਨੇ ਕਿੰਨਾ ਇਨਪੁਟ ਵਰਕ ਦਿੱਤਾ। ਸੋ ਉਹ ਜੋ ਰੇਸ਼ੋ ਆਏਗੀ ਉਸ ਨੂੰ ਅਸੀਂ
ਕੋਫੀਸ਼ੀਐਂਟ ਆਫ ਪਰਫਾਰਮੈਂਸ ਕਵਾਂਗੇ, ਜਿਸ ਦੇ ਨਾਲ ਅਸੀਂ ਕਿਸੇ ਵੀ ਹੀਟ ਪੰਪ ਦੀ ਪਰਫਾਰਮੈਂਸ ਨੂੰ ਨੋਟ ਕਰ ਸਕਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਅਗਰ ਇਸੇ ਹੀ ਹੀਟ ਪੰਪ ਨੂੰ ਅਸੀਂ ਸਿੰਪਲ ਇੱਕ ਬਲੌਕ ਡਾਇਗਰਾਮ ਦੀ ਹੈਲਪ ਦੇ ਨਾਲ ਡਰਾ ਕਰਨਾ ਹੋਵੇ ਤਾਂ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਸ਼ੋਅ ਕਰਾਂਗੇ। ਤੁਸੀਂ ਸਾਹਮਣੇ ਸਕਰੀਨ ਤੇ ਇੱਕ ਸਿੰਪਲ ਜਿਹਾ ਬਲੌਕ ਡਾਇਗਰਾਮ ਦੇਖ ਪਾ ਰਹੇ ਹੋ, ਜਿਸ ਦੇ ਵਿੱਚ ਅਸੀਂ ਇੱਥੇ 3 ਇਕਵਿਪਮੈਂਟਸ ਲਏ ਨੇ, ਜਿਸ ਦੇ ਵਿੱਚ ਇੱਕ ਸੋਰਸ ਹੈ, ਇੱਕ ਸਾਡਾ ਹੀਟ ਪੰਪ ਹੈ ਔਰ ਥਰਡ ਸਾਡਾ ਹੌਟ ਬੋਡੀ ਹੈ, ਜਿਹਨੂੰ ਅਸੀਂ ਸਿੰਕ ਕਿਹਾ। ਹੁਣ ਅਸੀਂ ਹੌਟ ਬੋਡੀ ਦੇ ਟੈਂਪਰੇਚਰ ਵਧਾਉਣਾ ਹੈ, ਇਸ ਜਗ੍ਹਾ ਤੇ ਹੀਟ ਨੂੰ ਟਰਾਂਸਫਰ ਕਰਵਾਉਣਾ ਹੈ, ਤਾਂ ਇਹ ਸਾਡਾ ਸਿੰਕ ਕਹਿਲਾਏਗਾ। ਜਿੱਥੋਂ ਅਸੀਂ ਹੀਟ ਨੂੰ ਟਰਾਂਸਫਰ ਕਰਨਾ ਉਹ ਸਾਡਾ ਹੋਊਗਾ ਸੋਰਸ, ਜਿੱਥੇ ਉਹ ਚੀਜ਼ ਹਾਇਰ ਵੈਲਿਊ ਦੇ ਵਿੱਚ ਪ੍ਰੈਜ਼ੈਂਟ ਹੈ, ਜਿਵੇਂ ਕਿ ਸਾਡਾ ਟੈਂਪਰੇਚਰ ਐਟਮੋਸਫੇਅਰ ਹੈ ਜਿਹੜਾ ਕਿ ਟੈਂਪਰੇਚਰ T2 ਦੇ ਉੱਤੇ ਪਿਆ ਹੈ। ਇਸ ਜਗ੍ਹਾ ਤੇ ਸੋਰਸ ਦਾ ਟੈਂਪਰੇਚਰ T2 ਹੈ ਔਰ ਸਿੰਕ ਦਾ ਟੈਂਪਰੇਚਰ T1 ਹੈ। ਐਟਮੋਸਫੇਅਰ ਤੋਂ ਅਸੀਂ Q2 ਅਮਾਊਂਟ ਦੀ ਹੀਟ ਨੂੰ ਐਬਸਟਰੈਕਟ ਕਰਾਇਆ, ਉਸ ਜਗ੍ਹਾ ਤੋਂ Q2 ਅਮਾਊਂਟ ਦੀ ਹੀਟ ਕੱਢੀ ਕਿਹਨੇ? ਇਸ ਪੰਪ ਨੇ। ਔਰ ਇਸ ਪੰਪ ਨੇ ਉਹ ਹੀਟ ਕਿਵੇਂ ਕੱਢੀ? ਅਸੀਂ ਇਸ ਦੇ ਥਰੂ ਉਹਨੂੰ ਵਰਕ ਇਨਪੁਟ ਦਿੱਤਾ। ਵਰਕ ਇਨਪੁਟ ਜੋ ਦਿੱਤਾ ਉਹਨੂੰ ਅਸੀਂ WP ਦੇ ਨਾਲ ਡਿਨੋਟ ਕੀਤਾ। ਨੈਕਸਟ ਸਾਡੇ ਕੋਲ ਉਸੇ ਹੀ ਪੰਪ ਨੇ ਕੁਛ ਹੀਟ ਅੱਗੇ ਟਰਾਂਸਫਰ ਕਰਤੀ ਜੋ ਕਿ Q1 ਹੋਏਗੀ, ਔਰ Q1 ਦੀ ਵੈਲਿਊ ਹੋਊਗੀ ਕਿ ਜਿੰਨੀ ਹੀਟ ਪਿੱਛੋਂ ਆਈ ਔਰ ਜਿੰਨਾ ਅਸੀਂ ਵਰਕ ਦਾ ਇਨਪੁਟ ਦਿੱਤਾ, ਇਹਨਾਂ ਦੋਨਾਂ ਦਾ ਸਮ ਹੋਊਗਾ Q2 + WP। ਇਹ ਹੋਗੀ ਸਾਡੀ Q1। ਨੈਕਸਟ ਅਸੀਂ ਨਾਲ ਹੀ ਦੇਖਦੇ ਹਾਂ ਕਿ ਜਿੰਨਾ ਅਸੀਂ ਵਰਕ ਇਨਪੁਟ ਦੇਣਾ ਹੈ ਉਹ ਸਾਡੇ ਕੋਲ ਕਿੰਨਾ ਹੋਊਗਾ। ਜਿੰਨੀ ਹੀਟ ਅਸੀਂ ਪਿੱਛੋਂ ਲੈ ਕੇ ਆਏ ਔਰ ਜਿੰਨੀ ਹੀਟ ਅਸੀਂ ਅੱਗੇ ਡਿਲੀਵਰ ਕੀਤੀ, ਦੋਨਾਂ ਦਾ ਸਮ। ਹੁਣ ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਕਿ ਅਗਰ ਮੈਂ Q1 ਜੋ ਕਿ ਹਾਇਰ ਅਮਾਊਂਟ ਦੀ ਹੀਟ ਹੈ, ਇਸ ਦੇ ਵਿੱਚੋਂ ਅਗਰ Q2 ਨੂੰ ਮਾਈਨਸ ਕਰ ਦੇਵਾਂ, Q2 ਜਿੰਨੀ ਪਿੱਛੋਂ ਸਪਲਾਈ ਹੋਈ ਔਰ ਜੋ ਮੇਰੇ ਕੋਲ ਇਹਨਾਂ ਨੂੰ ਮਾਈਨਸ ਕਰਕੇ ਆਊਗਾ ਉਹ ਮੇਰਾ ਹੋਊਗਾ ਵਰਕ ਇਨਪੁਟ। ਸੋ ਇਸ ਜਗ੍ਹਾ ਤੇ ਸਾਡਾ ਵਰਕ ਇਨਪੁਟ ਦਾ ਵੀ ਪਤਾ ਲੱਗ ਗਿਆ ਔਰ ਜੋ ਅਸੀਂ ਹਾਇਰ ਵੈਲਿਊ ਦੀ ਹੀਟ ਸਪਲਾਈ ਕੀਤੀ ਉਹ ਵੀ ਸਾਨੂੰ ਇਸ ਜਗ੍ਹਾ ਤੋਂ ਪਤਾ ਲੱਗ ਗਈ। ਨੈਕਸਟ ਗੱਲ ਕਰਦੇ ਹਾਂ ਕਿ ਅਗਰ ਪਰਫਾਰਮੈਂਸ ਕੈਲਕੂਲੇਟ ਕਰਨੀ ਹੋਵੇ, ਪਰਫਾਰਮੈਂਸ ਦਾ ਸਾਨੂੰ ਪਤਾ ਫਾਰਮੂਲਾ ਕੀ ਹੁੰਦਾ? COP, ਜੋ ਕਿ ਸੀ ਸਾਡੀ ਕਿ ਮੈਕਸਿਮਮ ਹੀਟ ਟਰਾਂਸਫਰਡ ਕਿੰਨੀ ਕੀਤੀ ਹੈ ਅਸੀਂ। ਮੈਕਸਿਮਮ ਹੀਟ ਕਿੰਨੀ ਟਰਾਂਸਫਰ ਕਰ ਰਹੇ ਹਾਂ ਅਸੀਂ ਸਿੰਕ ਦੇ ਉੱਤੇ, ਹੌਟ ਬੋਡੀ ਦੇ ਉੱਤੇ, ਦੈਟ ਇਜ਼ Q1। Q1 ਨੂੰ ਡਿਵਾਈਡ ਕਰ ਦਾਂਗੇ ਅਸੀਂ ਵਰਕ ਇਨਪੁਟ ਦੇ ਨਾਲ, ਜੋ ਅਸੀਂ ਇਸ ਜਗ੍ਹਾ ਤੇ WP ਲਈ ਹੈ। ਸੋ ਇਹਦਾ ਜੋ ਵੈਲਿਊ ਆਏਗੀ ਮੇਰੇ ਕੋਲ ਉਹ ਆ ਜਾਏਗੀ Q1/Q1 - Q2। ਸੋ ਇਸ ਫਾਰਮੂਲਾ ਇਹ ਸਾਡਾ ਫਾਰਮੂਲਾ ਬਣ ਗਿਆ COP ਕੈਲਕੂਲੇਟ ਕਰਨ ਦਾ। ਇਸ ਦੀ ਹੈਲਪ ਦੇ ਨਾਲ ਅਸੀਂ ਈਜ਼ੀਲੀ ਕੈਲਕੂਲੇਟ ਕਰ ਸਕਦੇ ਹਾਂ COP ਉਸ ਸਿਸਟਮ ਦੀ। ਸੋ ਨੈਕਸਟ ਨਾਲ ਹੀ ਉਹ ਗੱਲ ਕਰ ਰਿਹਾ, ਕਹਿੰਦਾ ਆਲਵੇਜ਼ ਮੋਰ ਦੈਨ ਯੂਨਿਟੀ, ਕਿ ਜੋ COP ਦੀ ਵੈਲਿਊ ਹੋਏਗੀ ਹੀਟ ਪੰਪ ਦੇ ਲਈ ਉਹ ਹਮੇਸ਼ਾ ਹੀ ਯੂਨਿਟੀ ਨਾਲੋਂ ਜ਼ਿਆਦਾ ਹੋਏਗੀ, ਇੱਕ ਦੇ ਨਾਲੋਂ ਉਹਦੀ ਵੈਲਿਊ ਹਮੇਸ਼ਾ ਜ਼ਿਆਦਾ ਹੋਏਗੀ। ਅਸੀਂ ਗੱਲ ਕਰਦੇ ਹਾਂ ਰੈਫਰੀਜਰੇਟਰ ਦੇ ਬਾਰੇ। ਰੈਫਰੀਜਰੇਟਰ ਕੀ ਹੈ? ਇਹ ਬਿਲਕੁਲ ਹੀ ਹੀਟ ਪੰਪ ਦਾ ਰਿਵਰਸ ਹੈ, ਉਲਟਾ ਹੈ। ਕਹਿੰਦਾ ਇਹ ਇੱਕ ਉਹ ਡਿਵਾਈਸ ਆ ਜਿਹੜਾ ਕਿ ਸਾਈਕਲਿਕ ਪ੍ਰੋਸੈਸ 'ਤੇ ਕੰਮ ਕਰਦਾ, ਜਿਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਜੋ ਬੋਡੀ ਸਾਡੇ ਕੋਲ ਲੋਅਰ ਟੈਂਪਰੇਚਰ 'ਤੇ ਪਈ ਹੈ ਉਸ ਦਾ ਅਸੀਂ ਟੈਂਪਰੇਚਰ ਮੇਨਟੇਨ ਕਰਕੇ ਰੱਖਦੇ ਹਾਂ। ਕਿਸ ਤਰੀਕੇ ਦੇ ਨਾਲ? ਐਟਮੋਸਫੇਰਿਕ ਜਾਂ ਸਰਾਊਂਡਿੰਗ ਦੇ ਨਾਲੋਂ ਉਸ ਦਾ ਟੈਂਪਰੇਚਰ ਡਾਊਨ ਕਰਕੇ, ਲੋਅਰ ਕਰਕੇ। ਜਿਵੇਂ ਕਿ ਅਸੀਂ ਹੀਟ ਪੰਪ ਦੇ ਕੇਸ ਦੇ ਵਿੱਚ ਦੇਖਿਆ ਸੀਗਾ ਕਿ ਸਰਾਊਂਡਿੰਗ ਦੇ ਨਾਲੋਂ, ਐਟਮੋਸਫੇਅਰ ਦੇ ਨਾਲੋਂ ਉਸ ਦਾ ਅਸੀਂ ਬੋਡੀ ਦਾ ਟੈਂਪਰੇਚਰ ਹਾਇਰ ਕੀਤਾ ਸੀ, ਬਟ ਇਸ ਕੇਸ ਦੇ ਵਿੱਚ ਉਸ ਦਾ ਟੈਂਪਰੇਚਰ ਅਸੀਂ ਐਟਮੋਸਫੇਰਿਕ ਟੈਂਪਰੇਚਰ ਦੇ ਨਾਲੋਂ ਲੋਅਰ ਰੱਖਣਾ ਹੈ, ਸਰਾਊਂਡਿੰਗ ਦੇ ਟੈਂਪਰੇਚਰ ਨਾਲੋਂ ਲੋਅਰ ਰੱਖਣਾ ਹੈ। ਔਰ ਨਾਲ ਹੀ ਕਹਿੰਦਾ ਆਲਸੋ ਕੈਪੇਬਲ ਆਫ ਐਡਿੰਗ ਦਾ ਹੀਟ ਟੂ ਦਾ ਸੇਮ ਕੋਲਡ ਬੋਡੀ, ਕਿ ਅਸੀਂ ਅਗਰ ਉਸੇ ਹੀ ਸੇਮ ਕੋਲਡ ਬੋਡੀ ਨੂੰ ਅਗਰ ਦੁਬਾਰਾ ਤੋਂ ਹੀਟ ਟਰਾਂਸਫਰ ਕਰਨੀ ਹੋਵੇ, ਡਿਲੀਵਰ ਕਰਨੀ ਹੋਵੇ, ਤਾਂ ਉਸ ਦੇ ਵੀ ਇਹ ਕੈਪੇਬਲ ਹੋ ਸਕਦਾ ਹੈ। ਸੋ ਉਸ ਮਸ਼ੀਨ ਨੂੰ ਅਸੀਂ ਕਵਾਂਗੇ ਰੈਫਰੀਜਰੇਟਰ। ਕਹਿੰਦਾ ਅ ਰੈਫਰੀਜਰੇਟਰ ਵਰਕਸ ਬਿਟਵੀਨ ਦਾ ਕੋਲਡ ਬੋਡੀ ਟੈਂਪਰੇਚਰ ਐਂਡ ਐਟਮੋਸਫੇਰਿਕ ਟੈਂਪਰੇਚਰ। ਜਿਵੇਂ ਕਿ ਅਸੀਂ ਪੰਪ ਦੇ ਕੇਸ ਦੇ ਵਿੱਚ ਦੇਖਿਆ ਸੀ ਕਿ ਉਹ ਸਾਡੇ ਕੋਲ ਹੌਟ ਬੋਡੀ ਟੈਂਪਰੇਚਰ ਤੇ ਐਟਮੋਸਫੇਰਿਕ ਟੈਂਪਰੇਚਰ ਦੇ ਇਨ ਬਿਟਵੀਨ ਕੰਮ ਕਰਦਾ ਸੀ, ਬਟ ਇੱਕ ਰੈਫਰੀਜਰੇਟਰ ਜੋ ਹੈ ਉਹ ਸਾਡੇ ਕੋਲ ਕੋਲਡ ਬੋਡੀ ਦੇ ਟੈਂਪਰੇਚਰ ਤੇ ਐਟਮੋਸਫੇਰਿਕ ਟੈਂਪਰੇਚਰ, ਦੋ ਟੈਂਪਰੇਚਰ ਲਿਮਿਟਸ ਦੇ ਇਨ ਬਿਟਵੀਨ ਕੰਮ ਕਰੇਗਾ। It utilizes to use cooling effect produced after removing heat from the system। ਇਸ ਦੇ ਯੂਜ਼ ਦੀ ਗੱਲ ਹੋ ਰਹੀ ਹੈ ਕਿ ਕਿੱਥੇ ਯੂਟਿਲਾਈਜ਼ ਕੀਤਾ ਜਾਂਦਾ।
ਕਹਿੰਦਾ ਇਹ ਉਸ ਜਗ੍ਹਾ ਤੇ ਅਸੀਂ ਯੂਟਿਲਾਈਜ਼ ਕਰਦੇ ਹਾਂ ਜਿਸ ਜਗ੍ਹਾ ਦੇ ਉੱਤੇ ਅਸੀਂ ਸਿਸਟਮ ਦੀ ਹੀਟ ਨੂੰ ਰਿਮੂਵ ਕਰਕੇ ਉਸ ਜਗ੍ਹਾ ਤੇ ਕੁਝ ਕੂਲਿੰਗ ਇਫੈਕਟ ਪ੍ਰੋਡਿਊਸ ਕਰ ਰਹੇ ਹਾਂ। ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਏਅਰ ਕੰਡੀਸ਼ਨਰਸ ਯੂਜ਼ ਹੁੰਦੇ ਨੇ, ਰੈਫਰੀਜਰੇਟਰਸ ਯੂਜ਼ ਹੁੰਦੇ ਨੇ। ਸੋ ਉਹ ਜੋ ਮਸ਼ੀਨ ਹੈ ਉਹ ਸਾਡੀ ਰੈਫਰੀਜਰੇਟਰ ਖਵਾਉਂਦੀ ਹੈ। ਇਟ ਪੰਪਸ ਹੀਟ ਫਰੋਮ ਦਾ ਸਿਸਟਮ ਟੂ ਦਾ ਸਰਾਊਂਡਿੰਗ। ਜਿਵੇਂ ਕਿ ਅਸੀਂ ਹੁਣੀ ਪਹਿਲਾਂ ਵੀ ਗੱਲ ਕੀਤੀ ਕਿ ਇਸ ਕੇਸ ਦੇ ਵਿੱਚ ਕੀ ਹੋਏਗਾ ਕਿ ਉਸ ਪਰਟੀਕੂਲਰ ਮਸ਼ੀਨ ਦੇ ਵਿੱਚੋਂ ਸਿਸਟਮ 'ਚੋਂ ਹੀਟ ਨੂੰ ਅਸੀਂ ਐਬਸਟਰੈਕਟ ਕਰਕੇ ਸਰਾਊਂਡਿੰਗ 'ਚ ਦੇਣਾ ਹੈ। ਤਾਂ ਇਸ ਜਗ੍ਹਾ 'ਤੇ ਜੋ ਸਾਡਾ ਸੋਰਸ ਹੈ ਉਹ ਸਾਡੀ ਮਸ਼ੀਨ ਹੈ ਔਰ ਜੋ ਸਾਡਾ ਸਿੰਕ ਹੈ ਉਹ ਸਾਡਾ ਸਰਾਊਂਡਿੰਗ ਐਟਮੋਸਫੇਅਰ ਹੈ। ਨੈਕਸਟ ਗੱਲ ਕਰ ਰਹੇ ਹਾਂ ਦੀ ਪਰਫਾਰਮੈਂਸ ਦੇ ਬਾਰੇ ਕਿ ਜੋ ਇਸ ਰੈਫਰੀਜਰੇਟਰ ਦੀ ਪਰਫਾਰਮੈਂਸ ਹੈ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਨੋਟ ਕਰ ਸਕਦੇ ਹਾਂ। ਕਹਿੰਦਾ ਪਰਫਾਰਮੈਂਸ ਆਫ ਅ ਰੈਫਰੀਜਰੇਟਰ ਇਜ਼ ਮੇਜ਼ਰਡ ਬਾਈ COP, ਕਿ ਇਸ ਦੀ ਜੋ ਪਰਫਾਰਮੈਂਸ ਹੈ ਉਹ ਵੀ ਅਸੀਂ COP ਦੇ ਨਾਲ ਹੀ ਡਿਨੋਟ ਕਰਦੇ ਹਾਂ, ਕੋਐਫੀਸ਼ੀਐਂਟ ਆਫ ਪਰਫਾਰਮੈਂਸ ਦੇ ਨਾਲ, ਜਿਹੜੀ ਕਿ ਇੱਕ ਰੇਸ਼ੀਓ ਹੈ। ਕਿਹਦੀ ਰੇਸ਼ੀਓ ਹੈ? ਨੈਟ ਕੂਲਿੰਗ ਇਫੈਕਟ ਪ੍ਰੋਡਿਊਸਡ ਇਨ ਦਾ ਇਵੈਪੋਰੇਟਰ ਔਰ ਸਿਸਟਮ ਟੂ ਦਾ ਅਮਾਊਂਟ ਆਫ ਦਾ ਵਰਕ ਡਨ, ਕਿ ਜੋ ਸਾਨੂੰ ਆਊਟਪੁੱਟ ਮਿਲੇਗਾ। ਹੁਣ ਇਸ ਜਗ੍ਹਾ 'ਤੇ ਸਾਡਾ ਆਊਟਪੁੱਟ ਕੀ ਹੈ ਕਿ ਕਿੰਨਾ ਅਸੀਂ ਕੂਲਿੰਗ ਇਫੈਕਟ ਪ੍ਰੋਡਿਊਸ ਕੀਤਾ ਔਰ ਉਸ ਨੂੰ ਅਗਰ ਅਸੀਂ ਡਿਵਾਈਡ ਕਰ ਦਈਏ ਕਿੰਨਾ ਅਸੀਂ ਵਰਕ ਇਨਪੁੱਟ ਦਿੱਤਾ। ਹੁਣ ਵਰਕ ਇਨਪੁੱਟ ਕੀ ਹੋਊਗਾ ਸਾਡਾ? ਵਰਕ ਡਨ ਬਾਏ ਦਾ ਕੰਪਰੈਸਰ ਔਰ ਮਸ਼ੀਨ। ਨੈਕਸਟ ਨਾਲ ਹੀ ਇਸੇ ਸਿਸਟਮ ਨੂੰ ਅਸੀਂ ਇੱਕ ਬਲੌਕ ਡਾਇਗਰਾਮ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਸਾਹਮਣੇ ਇੱਕ ਬਲੌਕ ਡਾਇਗਰਾਮ ਦੇਖ ਰਹੇ ਹੋ ਜਿਹਦੇ ਵਿੱਚ ਅਸੀਂ ਫਿਰ ਅਗੇਨ 3 ਕੰਪੋਨੈਂਟਸ ਲਏ ਨੇ, ਜਿਹਦੇ ਵਿੱਚ ਅਸੀਂ ਇੱਕ ਐਟਮੋਸਫੇਅਰ ਲਿਆ ਹੈ, ਇੱਕ ਅਸੀਂ ਰੈਫਰੀਜਰੇਟਿੰਗ ਪੰਪ ਲਿਆ ਹੈ, ਇੱਕ ਅਸੀਂ ਕੋਲਡ ਬੋਡੀ ਲਈ ਹੈ। ਤਾਂ 3 ਕੰਪੋਨੈਂਟਸ ਨੇ। ਇਸ ਜਗ੍ਹਾ 'ਤੇ ਅਸੀਂ ਜਿਵੇਂ ਕਿ ਹੁਣੀ ਦੇਖ ਕੇ ਹਟੇ ਹਾਂ, ਪੜ੍ਹਿਆ ਹੈ ਕਿ ਅਸੀਂ ਕਰਨਾ ਕੀ ਹੈ, ਸਾਡਾ ਸੋਲ ਪਰਪਸ ਕੀ ਹੈ ਕਿ ਅਸੀਂ ਕੂਲਿੰਗ ਇਫੈਕਟ ਪ੍ਰੋਡਿਊਸ ਕਰਨਾ ਸਿਸਟਮ ਦੇ ਅੰਦਰ। ਤਾਂ ਜੋ ਸਾਡਾ ਸਿਸਟਮ ਹੈ, ਕਨਫਾਈਨਡ ਸਪੇਸ ਹੈ ਜਾਂ ਕੋਲਡ ਬੋਡੀ ਹੈ, ਉਸ ਨੂੰ ਅਸੀਂ ਲੋਅਰ ਟੈਂਪਰੇਚਰ 'ਤੇ ਰੱਖਿਆ ਜਿਸ ਨੂੰ ਅਸੀਂ ਸੋਰਸ ਕਿਹਾ। ਲੋਅਰ ਟੈਂਪਰੇਚਰ ਸਾਡਾ T2 ਹੈ। ਇੱਥੋਂ ਅਸੀਂ Q2 ਅਮਾਊਂਟ ਦੀ ਹੀਟ ਨੂੰ ਐਬਸਟਰੈਕਟ ਕੀਤਾ ਔਰ ਉਸ ਬੋਡੀ ਨੂੰ ਹੋਰ ਠੰਡਾ ਕਰਤਾ ਔਰ ਇਸ ਜਗ੍ਹਾ 'ਤੇ ਅਸੀਂ ਸੈਂਟਰਲ ਲਿਆ ਹੈ ਇੱਕ ਰੈਫਰੀਜਰੇਟਿੰਗ ਪੰਪ ਔਰ ਇਸ ਨੂੰ ਅਸੀਂ ਵਰਕ ਇਨਪੁੱਟ ਦੇਵਾਂਗੇ ਔਰ ਜੋ ਵਰਕ ਇਨਪੁੱਟ ਦੇਣਾ ਹੈ ਉਸ ਦੀ ਹੈਲਪ ਦੇ ਨਾਲ ਫਰਦਰ ਜੋ ਅਸੀਂ ਹੀਟ ਟ੍ਰਾਂਸਫਰ ਕਰਨੀ ਹੈ ਐਟਮੋਸਫੇਅਰ ਨੂੰ, ਜੋ ਸਾਡਾ ਸਿੰਕ ਹੈ, ਇਸ ਦਾ ਟੈਂਪਰੇਚਰ ਅਸੀਂ T1 ਰੱਖਿਆ ਹੈ। ਇਸ ਜਗ੍ਹਾ 'ਤੇ T1 ਦੀ ਵੈਲਿਊ ਗ੍ਰੇਟਰ ਹੋਏਗੀ ਦੈਨ ਦਾ ਵੈਲਿਊ ਆਫ T2, ਕਿ T2 ਟੈਂਪਰੇਚਰ ਘੱਟ ਹੈ, T1 ਦਾ ਟੈਂਪਰੇਚਰ ਜ਼ਿਆਦਾ ਹੈ। ਔਰ ਇਸ ਜਗ੍ਹਾ 'ਤੇ ਜਿੰਨੀ ਹੀਟ ਇਹਨੇ ਇੱਥੋਂ ਪੰਪ ਨੇ ਖਿੱਚੀ ਉਸ ਦੇ ਵਿੱਚ ਕੁਛ ਉਹਦਾ ਵਰਕ ਇਨਪੁੱਟ ਮਿਲਾ ਕੇ ਇਹ ਸਾਡੇ ਕੋਲ ਬਣ ਗਈ Q1। Q1 ਇਜ਼ ਇਕੁਅਲਸ ਟੂ Q2 ਪਲਸ WR ਔਰ ਇਸ ਜਗ੍ਹਾ 'ਤੇ ਜੋ ਅਸੀਂ ਵਰਕ ਇਨਪੁੱਟ ਦਿੱਤਾ ਉਸ ਦੀ ਵੈਲਿਊ ਅਸੀਂ ਇੱਥੋਂ ਹੀ ਕੈਲਕੂਲੇਟ ਕਰ ਲਾਂਗੇ ਕਿੰਨੀ ਆਏਗੀ, ਕਿ WR ਇਜ਼ ਇਕੁਅਲਸ ਟੂ Q1 ਮਾਈਨਸ Q2। ਸੋ ਨੈਕਸਟ ਦੇਖਦੇ ਹਾਂ ਜੀ ਇਹਦੀ ਪਰਫਾਰਮੈਂਸ ਜੋ ਹੈ COP, ਉਸ ਨੂੰ ਅਸੀਂ ਕਿਵੇਂ ਲਿਖਾਂਗੇ। ਜਿਵੇਂ ਕਿ ਅਸੀਂ ਦੇਖਿਆ ਕਿ ਆਊਟਪੁੱਟ ਬਾਏ ਇਨਪੁੱਟ। ਹੁਣ ਇਸ ਜਗ੍ਹਾ 'ਤੇ ਆਊਟਪੁੱਟ ਕੀ ਹੈ? ਜੋ ਅਸੀਂ ਹੀਟ ਨੂੰ ਐਕਸਟਰੈਕਟ ਕੀਤਾ ਉੱਥੋਂ ਸਿਸਟਮ ਦੇ ਵਿੱਚੋਂ ਹੀਟ ਕੱਢੀ, ਦੈਟ ਇਜ਼ Q2 ਲੋਅਰ ਟੈਂਪਰੇਚਰ। ਲੋਅਰ ਟੈਂਪਰੇਚਰ ਦੀ ਜੋ ਹੀਟ ਹੈ Q2, ਉਹਨੂੰ ਡਿਵਾਈਡ ਕਰਤਾ ਅਸੀਂ ਵਰਕ ਦੇ ਨਾਲ, ਵਰਕ ਇਨਪੁੱਟ ਦੇ ਨਾਲ। ਸੋ ਮੇਰੇ ਕੋਲ ਫਾਈਨਲ ਜੋ ਵੈਲਿਊ ਆ ਗਈ ਇਹਦੀ Q2 ਡਿਵਾਈਡਡ ਬਾਏ Q1 ਮਾਈਨਸ Q2, ਇਹ ਆ ਗਈ ਇਹਦੀ COP। ਸੋ ਨੈਕਸਟ ਇਹਦੇ ਨਾਲ ਹੀ ਗੱਲ ਕਰਾਂਗੇ। ਨੈਕਸਟ ਅਗਲਾ ਸਾਡਾ ਹੈ ਹੀਟ ਇੰਜਨ ਦੇ ਬਾਰੇ ਕਿ ਹੀਟ ਇੰਜਨ ਕੀ ਹੈ। ਹੀਟ ਇੰਜਨ, it is a device operating in a cyclic process which transfer energy from higher temperature to lower temperature। ਇਹ ਇੱਕ ਉਹ ਡਿਵਾਈਸ ਹੈ ਜਿਹਦੇ ਅੰਦਰ ਸਾਈਕਲਿਕ ਪ੍ਰੋਸੈਸ ਦੇ ਵਿੱਚ ਕੰਮ ਹੁੰਦਾ ਔਰ ਜੋ એનર્ਜੀ ਹੈ ਉਹ ਹਾਇਰ ਟੈਂਪਰੇਚਰ ਟੂ ਲੋਅਰ ਟੈਂਪਰੇਚਰ ਮੂਵ ਔਨ ਹੁੰਦੀ ਹੈ। ਐਗਜ਼ਾਮਪਲ ਦੇ ਤੌਰ ਦੇ ਉੱਤੇ ਜਿੰਨੀਆਂ ਵੀ ਸਾਡੀਆਂ ਗੱਡੀਆਂ ਨੇ, ਸਕੂਟਰ ਨੇ, ਮੋਟਰਸਾਈਕਲ ਨੇ, ਲੋਕੋਮੋਟਿਵਸ ਨੇ, ਐਰੋਪਲੇਨਸ ਨੇ, ਸਾਨੂੰ ਪਤਾ ਉਹਨਾਂ ਦੇ ਵਿੱਚ ਇੰਜਨਸ ਯੂਜ਼ ਹੁੰਦੇ ਨੇ। ਉਹ ਸਾਰੇ ਦੇ ਸਾਰੇ ਹੀ ਹੀਟ ਇੰਜਨਸ ਨੇ ਜਿਨ੍ਹਾਂ ਦੇ ਅੰਦਰ ਅਸੀਂ ਹੀਟ ਨੂੰ ਜਨਰੇਟ ਕਰਦੇ ਹਾਂ ਔਰ ਉਸੇ ਹੀ ਹੀਟ ਨੂੰ ਅਸੀਂ ਟ੍ਰਾਂਸਫਰ ਕਰਦੇ ਹਾਂ ਫਰੋਮ ਹਾਇਰ ਟੈਂਪਰੇਚਰ ਟੂ ਲੋ ਟੈਂਪਰੇਚਰ, ਕਿ ਉੱਥੋਂ ਅਸੀਂ ਕੁਝ ਵਰਕ ਆਊਟਪੁੱਟ ਲਿਆ, ਸਿਸਟਮ ਦੇ ਵਿੱਚ ਹੀਟ ਨੂੰ ਜਨਰੇਟ ਕੀਤਾ, ਉਹਦੀ ਹੈਲਪ ਦੇ ਨਾਲ ਕੁਝ ਅਸੀਂ ਮਕੈਨੀਕਲ ਵਰਕ ਲਿਆ, ਆਊਟਪੁੱਟ ਲਿਆ ਔਰ ਜੋ ਬਾਕੀ ਹੀਟ ਬਚੀ ਉਸ ਨੂੰ ਅਸੀਂ ਸਰਾਊਂਡਿੰਗ ਦੇ ਵਿੱਚ ਮੂਵ ਔਨ ਕਰਵਾਤਾ। ਬਟ ਜੇ ਪਿਛਲੇ ਟੌਪਿਕਸ ਨੂੰ ਅਸੀਂ ਦੇਖੀਏ ਕਿ ਜਿਵੇਂ ਸਾਡਾ ਹੀਟ ਪੰਪ ਸੀ ਜਾਂ ਰੈਫਰੀਜਰੇਟਰ ਸੀ, ਉੱਥੇ ਅਸੀਂ ਵਰਕ ਦਾ ਇਨਪੁੱਟ ਦਿੰਦੇ ਸੀ ਤਾਂ ਸਾਡੇ ਕੋਲ ਕੁਝ ਵਰਕ ਹੁੰਦਾ ਸੀ ਅਤੇ ਸਾਡੇ ਕੋਲ ਕੁਝ ਆਊਟਪੁੱਟ ਸਾਨੂੰ ਮਿਲਦਾ ਸੀ। ਬਟ ਇਸ ਕੇਸ ਦੇ ਵਿੱਚ ਥੋੜ੍ਹਾ ਡਿਫਰੈਂਟ ਹੈ।
ਨੈਕਸਟ ਪੁਆਇੰਟਸ ਗੱਲ ਕਰ ਰਿਹਾ ਹੀਟ ਇੰਜਨ ਆਪਰੇਟਸ ਬਿਟਵੀਨ ਐਟਮੋਸਫੇਰਿਕ ਟੈਂਪਰੇਚਰ ਐਂਡ ਹੌਟ ਬੋਡੀ ਟੈਂਪਰੇਚਰ ਕੀ ਇਸ ਕੇਸ ਦੇ ਵਿੱਚ ਵੀ ਜੋ ਇਹ ਸਾਈਕਲ ਹੈ ਇਹ ਸਿਸਟਮ ਹੈ ਇਹ ਐਟਮੋਸਫੇਰਿਕ ਟੈਂਪਰੇਚਰ ਤੇ ਹੌਟ ਬੋਡੀ ਦੇ ਟੈਂਪਰੇਚਰ ਲਿਮਿਟਸ ਦੇ ਇਨ ਬਿਟਵੀਨ ਹੀ ਕੰਮ ਕਰੂਗਾ ਹੀਟ ਇੰਜਨ ਇਜ਼ ਯੂਜ਼ਡ ਟੂ ਯੂਟਿਲਾਈਜ਼ ਦਾ ਹੀਟ ਡਿਲੀਵਰਡ ਫਰੋਮ ਹੌਟ ਬੋਡੀ ਟੂ ਗੈਟ ਵਰਕ ਡਨ ਜਿਵੇਂ ਕਿ ਅਸੀਂ ਪਹਿਲਾਂ ਹੀ ਡਿਸਕਸ ਕੀਤਾ ਕਿ ਇਸ ਕੇਸ ਦੇ ਵਿੱਚ ਅਸੀਂ ਇਸ ਦਾ ਇਸਤੇਮਾਲ ਕਾਹਦੇ ਵਾਸਤੇ ਕਿਸ ਪਰਪਸ ਵਾਸਤੇ ਕਰਦੇ ਹਾਂ ਕਿ ਜੋ ਸਾਡੀ ਹੀਟ ਡਿਲੀਵਰਡ ਫਰੋਮ ਹੌਟ ਬੋਡੀ ਹੈ ਉਸ ਦਾ ਅਸੀਂ ਇਸਤੇਮਾਲ ਕਰਕੇ ਅਸੀਂ ਕੁਝ ਵਰਕ ਆਊਟਪੁੱਟ ਲਈ ਜਾਵੇ ਕੁਝ ਵਰਕ ਆਊਟਪੁੱਟ ਲਈਏ ਸੋ ਨੈਕਸਟ ਗੱਲ ਕਰ ਰਹੇ ਦੀ ਪਰਫਾਰਮੈਂਸ ਦੇ ਬਾਰੇ ਕਹਿੰਦਾ ਜੋ ਇਸ ਸਿਸਟਮ ਦੀ ਪਰਫਾਰਮੈਂਸ ਹੈ ਉਸ ਨੂੰ ਅਸੀਂ ਮੇਜ਼ਰ ਕਰਦੇ ਹਾਂ ਐਫੀਸ਼ੀਐਂਸੀ ਦੇ ਨਾਲ ਜਿਹੜੀ ਕਿ ਡਿਫਾਈਨ ਕੀਤੀ ਜਾਂਦੀ ਹੈ ਦ ਰੇਸ਼ੀਓ ਆਫ ਵਰਕ ਡਨ ਟੂ ਦਾ ਹੀਟ ਸਪਲਾਈਡ ਫਾਰਮੂਲਾ ਸਾਡਾ ਸੇਮ ਹੀ ਆ ਬਸ ਇਸ ਜਗ੍ਹਾ ਤੇ ਅਸੀਂ COP ਕੈਲਕੂਲੇਟ ਨਹੀਂ ਕਰਦੇ COP ਦੀ ਵੈਲਿਊ ਹਮੇਸ਼ਾ ਹੀ ਮੋਰ ਦੈਨ 1 ਹੁੰਦੀ ਹੈ ਐਫੀਸ਼ੀਐਂਸੀ ਦੀ ਵੈਲਿਊ ਹਮੇਸ਼ਾ ਹੀ ਲੈਸ ਦੈਨ 1 ਹੁੰਦੀ ਹੈ ਸੋ ਇੱਕ ਤਾਂ ਇਹ ਫਰਕ ਸੀਗਾ ਨੈਕਸਟ ਹੁਣ ਦੇਖਦੇ ਹਾਂ ਜੀ ਐਫੀਸ਼ੀਐਂਸੀ ਦਾ ਜੋ ਫਾਰਮੂਲਾ ਹੈ ਜਾਂ ਪਰਫਾਰਮੈਂਸ ਦਾ ਜੋ ਬੇਸਿਕ ਫਾਰਮੂਲਾ ਹੈ ਉਹ ਹੁੰਦਾ ਸਾਡੇ ਕੋਲ ਆਊਟਪੁੱਟ ਬਾਏ ਇਨਪੁੱਟ ਉਸ ਜਿਹੜੇ ਪਹਿਲੇ ਅਸੀਂ ਟੌਪਿਕ ਡਿਸਕਸ ਕੀਤੇ ਆ ਉਸ ਕੇਸ ਦੇ ਵਿੱਚ ਜੋ ਸਾਡਾ ਆਊਟਪੁੱਟ ਮਿਲਦਾ ਸੀ ਉਸ ਜਗ੍ਹਾ 'ਤੇ ਅਸੀਂ ਕੁਝ ਹੀਟਿੰਗ ਇਫੈਕਟ ਜਨਰੇਟ ਕਰਦੇ ਸੀ ਕੁਝ ਕੂਲਿੰਗ ਇਫੈਕਟ ਜਨਰੇਟ ਕਰਦੇ ਸੀ ਬਟ ਇਸ ਜਗ੍ਹਾ 'ਤੇ ਜੋ ਸਾਡਾ ਆਊਟਪੁੱਟ ਮਿਲ ਰਿਹਾ ਉਸ ਕੇਸ ਦੇ ਵਿੱਚ ਅਸੀਂ ਕੁਝ ਵਰਕ ਆਊਟਪੁੱਟ ਲੈ ਰਹੇ ਹਾਂ ਔਰ ਇਨਪੁੱਟ ਦੇ ਕੇਸ ਦੇ ਵਿੱਚ ਅਸੀਂ ਉੱਥੇ ਹੀਟ ਦੇ ਰਹੇ ਹਾਂ ਠੀਕ ਹੈ ਜੀ ਸੋ ਇਸ ਕਰਕੇ ਇੱਥੇ ਜੋ ਇਸ ਦਾ ਫਾਰਮੂਲਾ ਬਣੂਗਾ ਉਹ ਕੁਝ ਇਸ ਤਰੀਕੇ ਨਾਲ ਹੋਊਗਾ ਵਰਕ ਡਨ ਟੂ ਦਾ ਹੀਟ ਸਪਲਾਈਡ ਦੀ ਜੋ ਰੇਸ਼ੀਓ ਹੋਏਗੀ ਉਸ ਨੂੰ ਡਿਵਾਈਡ ਕਰਕੇ ਜੋ ਸਾਡੇ ਕੋਲ ਵੈਲਿਊ ਆਏਗੀ ਉਹ ਸਾਡੀ ਕਹਿਲਾਏਗੀ ਹੀਟ ਇੰਜਨ ਦੀ ਪਰਫਾਰਮੈਂਸ ਐਗਜ਼ਾਮਪਲਸ ਦੇ ਤੌਰ ਦੇ ਉੱਤੇ ਜਿਵੇਂ ਕਿ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਕਿ ਜਿੰਨੇ ਸਾਡੇ ਕਾਰਸ ਸਕੂਟਰ ਬੱਸਿਸ ਲੋਕੋਮੋਟਿਵਸ ਦੇ ਇੰਜਨਸ ਨੇ ਉਹ ਸਾਰੇ ਦੇ ਸਾਰੇ ਹੀ ਸਾਡੇ ਕੋਲ ਹੀਟ ਇੰਜਨਸ ਅਖਵਾਉਂਦੇ ਨੇ ਨੈਕਸਟ ਅਸੀਂ ਗੱਲ ਕਰਾਂਗੇ ਕਿ ਇਸੇ ਚੀਜ਼ ਨੂੰ ਹੀ ਅਗਰ ਅਸੀਂ ਇੱਕ ਫ੍ਰੀ ਬੋਡੀ ਡਾਇਗਰਾਮ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਬਲੌਕ ਡਾਇਗਰਾਮ ਦੀ ਹੈਲਪ ਦੇ ਨਾਲ ਸੋ ਉਸ ਨੂੰ ਅਸੀਂ ਕਿਵੇਂ ਪਲਾਟ ਕਰ ਸਕਦੇ ਹਾਂ ਸੋ ਨੈਕਸਟ ਤੁਸੀਂ ਦੇਖ ਪਾ ਰਹੇ ਹੋ ਕਿ ਅਗੇਨ ਸਾਡੇ ਕੋਲ ਇੱਥੇ 3 ਇਕਵਿਪਮੈਂਟਸ ਦਿਖਾਏ ਹੋਏ ਨੇ ਜਿਸ ਦੇ ਵਿੱਚ ਅਸੀਂ ਇੱਕ ਹੌਟ ਬੋਡੀ ਕਿਹਾ ਹੈ ਇੱਕ ਸਾਡੀ ਐਟਮੋਸਫੇਅਰ ਹੈ ਐਂਡ ਇੱਕ ਸਾਡਾ ਹੀਟ ਇੰਜਨ ਹੈ और जो हॉट बॉडी है इस जगह पे टेंपरेचर T1 ਦੇ ਉੱਤੇ ਪਈ ਹੈ ਔਰ ਐਟਮੋਸਫੇਅਰ ਜੋ ਹੈ ਇਸ ਜਗ੍ਹਾ ਤੇ ਸਾਡਾ ਟੈਂਪਰੇਚਰ T2 ਦੇ ਉੱਤੇ ਹੈ ਸੋ ਇੱਥੇ ਅਸੀਂ ਕੀ ਕਰ ਰਹੇ ਹਾਂ ਕਿ ਹੌਟ ਬॉडी ਤੋਂ ਕੁਝ ਹੀਟ ਨੂੰ ਮੂਵ ਕਰਵਾਇਆ ਔਰ ਵਰਕ ਆਊਟਪੁੱਟ ਲਈ ਇਸ 'ਚ ਅਸੀਂ ਇਨਪੁੱਟ ਨਹੀਂ ਦੇ ਰਹੇ ਇੱਥੇ ਅਸੀਂ ਆਊਟਪੁੱਟ ਲੈ ਰਹੇ ਹਾਂ ਸੋ ਆਊਟਪੁੱਟ ਕਿਹਦੇ ਇਕੁਅਲ ਹੋਏਗੀ ਜੋ ਹਾਇਰ ਟੈਂਪਰੇਚਰ ਤੋਂ ਹੀਟ ਜੋ ਮੂਵ ਔਨ ਹੋਈ ਉੱਥੋਂ ਅਸੀਂ ਜੋ ਲੋਅਰ ਟੈਂਪਰੇਚਰ ਤੇ ਹੀਟ ਮੂਵ ਔਨ ਹੋਈ ਉਹਨਾਂ ਦਾ डिफरेंस Q2 माइनस Q1 सो जो नैक्सट अगे हीट मूव ऑन हो रही है वो हैगी एक साडे कोल Q1 दोनों का डिफरेंस जो होएगा वो साडा होएगा वर्क आउटपुट सो इस केस दे विच जिवें कि असीं इत्थे देखिया कि इस सिस्टम की COP कैलकुलेट नहीं होंदी इस केस दे विच आपां हमेशा ही कैलकुलेट करते हैं एफिशिएंसी और एफिशिएंसी नूं असीं डिनोट करते हैं नीटा जो साडे कोल एक इटैलिक वर्ड है उस दे नाल सॉरी ग्रीक वर्ड है जो कि इक्वल है वर्क डन डिवाइडेड बाय हीट सप्लाइड विच इज़ इक्वल्स टू Q2 माइनस Q1 अपॉन Q1 और नैक्सट नाल ही ये नोट बना के दिता होया कि ऑलवेज लैस दैन यूनिटी जिवें कि पहलां भी गल कीती सी कि जो एफिशिएंसी है उसकी वैल्यू हमेशा ही एक दे नालों घट हुंदी है सो ਇਹਦੇ ਨਾਲ ਹੀ ਮੇਰਾ ਇਹ ਜੋ ਕੰਪਲੀਟ ਵੀਡੀਓ ਸੀਗਾ 4 ਟੌਪਿਕਸ ਦਾ ਇਹ ਕੰਪਲੀਟ ਹੋ ਚੁੱਕੇ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਟੌਪਿਕਸ ਸਮਝ ਲੱਗੇ ਹੋਣਗੇ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਟੌਪਿਕ ਨਹੀਂ ਕਲੀਅਰ ਹੋ ਰਿਹਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਓਕੇ ਜੀ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ